ਲੱਗਦਾ ਕਿ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਰਹਿ ਵੀ ਗਈ ਹੈ ਸਾਡੇ ਸਮਾਜ ਦੇ ਵਿੱਚ। ਇਸੇ ਕਦਰ ਦੀ ਜਿਹੜੀ ਹੈਗੀ ਆ ਆਪਾਂ ਉਦਾਹਰਨ ਲੈਂਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਸ਼ਹੀਦੀ ਦੇਣੀ ਪਈ ਸੀ। ਅੰਗਰੇਜ਼ ਆ ਗਏ, ਅੰਗਰੇਜ਼ਾਂ ਨੇ ਵੀ ਗੁਲਾਮੀ ਦੀ ਗੱਲ ਕੀਤੀ। ਫਿਰ ਆਜ਼ਾਦੀ ਤੋਂ ਬਾਅਦ ਵੀ ਜਿੰਨੇ ਸਾਡੇ ਮੁਲਕ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ, ਜਿੰਨੀ ਕਤਲੇਆਮ ਹੋਈ ਹੈ, ਉਨੀ ਸ਼ਾਇਦ ਦੁਨੀਆ ਦੇ ਬਾਕੀ ਦੇ ਹਿੱਸੇ 'ਚ ਨਾ ਹੋਈ ਹੋਵੇ। ਉਹਦੇ ਲਈ ਕੋਈ ਸਾਡੇ ਕੋਲ ਇਲਾਜ ਨਹੀਂ ਕੋਈ ਹੈਗਾ, ਸਾਡੇ ਕੋਲ ਕੋਈ ਜਿਹੜੀ ਹੈਗੀ ਆ ਉਹਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਹੈਗਾ। ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਚਲੋ ਇਹੀ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰ ਰਿਹਾ ਸੀ ਕਿ ਤੁਸੀਂ ਆਪਣੇ ਵੱਲੋਂ ਕੋਸ਼ਿਸ਼ਾਂ ਕਰਦੇ ਰਹੇ ਹੋ, ਵੱਖ-ਵੱਖ ਸਮੇਂ ਤੇ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਆਪਣੇ ਵੱਲੋਂ। ਇਹ ਤਾਂ ਹੱਦ ਹੀ ਹੋ ਗਈ, ਇਹ ਤਾਂ ਇਸ ਤੋਂ ਉੱਪਰ ਜ਼ਿਆਦਾ ਕੋਈ ਹੋ ਹੀ ਨਹੀਂ ਸਕਦਾ ਵੀ ਤੁਹਾਡੇ ਧਿਆਨ ਦੇ ਵਿੱਚ ਇੱਦਾਂ ਦਾ ਕੋਈ ਮਸਲਾ ਆਇਆ ਹੋਵੇ ਤੁਹਾਡੇ ਇਸ ਪੂਰੇ ਕਰੀਅਰ ਦੇ ਦੌਰਾਨ ਵੀ। ਇਹ ਤਾਂ ਹੱਦ ਹੋ ਗਈ, ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ। ਕਰਨ ਦੇ ਵਿੱਚ ਬੜੀਆਂ ਵੱਡੀਆਂ ਜਿਹੜੀਆਂ ਸਾਡੇ 5 ਵਕੀਲ ਸਾਹਿਬਾਨਾਂ ਨੂੰ ਉਹਨਾਂ ਨੇ ਐਨਕਾਊਂਟਰ ਸ਼ੋਅ ਕਰਕੇ ਮਾਰ ਦਿੱਤਾ ਤੇ ਫਿਰ ਵੀ ਕੋਈ ਗੱਲ ਨਹੀਂ ਬਣਦੀ। ਅਕਸਰ ਇਹ ਜ਼ਿੰਦਗੀ ਦਾ, ਖਾਸ ਕਰਕੇ ਸਿੱਖੀ ਦਾ ਇਹ ਅਸੂਲ ਹੈ ਕਿ ਜਿਹੜਾ ਜ਼ੁਲਮ ਕਰ ਰਿਹਾ ਉਹਦੇ ਖਿਲਾਫ ਆਵਾਜ਼ ਤੇ ਉਠਾਓ। ਸਮਾਜ ਦੇ ਜਿਨ੍ਹਾਂ ਦੇ ਘਰ ਬਚ ਜਾਂਦੇ ਨੇ ਇਸ ਸਰਕਾਰ ਦੇ ਤਸ਼ੱਦਦ ਤੋਂ, ਉਹ ਘੱਟ ਤੋਂ ਘੱਟ ਇਹ ਮਹਿਸੂਸ ਕਰਦੇ ਵੀ ਇਨਸਾਨੀਅਤ ਅਜੇ ਜਿਉਂਦੀ ਹੈ। ਨਹੀਂ, ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ, ਇੱਥੇ ਸਾਰਾ ਕੁਝ ਘਾਣ ਕਰ ਦਿੱਤਾ ਗਿਆ। ਇੱਕੋ ਹੀ ਗੱਲ ਰਹਿ ਗਈ ਵੀ ਮਾਰ ਦਿਓ, ਫੜ ਲਓ, ਮਾਰ ਦਿਓ। ਉਹਦੇ ਨਾਲ ਫਿਰ ਇਹ ਤਾਂ ਸਭ ਤੋਂ ਵੱਡਾ ਐਂਡ ਹੋ ਗਿਆ ਨਾ ਜੀ। ਸਰਕਾਰ ਦੇ ਖਿਲਾਫ ਉੱਥੋਂ ਦੁਨੀਆ ਦੇ ਵਿੱਚੋਂ ਆਵਾਜ਼ਾਂ ਉੱਠੀਆਂ ਨੇ ਵੀ ਤੁਸੀਂ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਲਈ ਫਿਰਦੇ ਆ ਜਿੱਥੇ ਬੰਦੇ ਦੀ ਕਦਰ ਹੀ ਕੋਈ ਨਹੀਂ, ਜਿਹਨੂੰ ਫੜ ਕੇ ਮਾਰ ਦਿੰਦੇ ਆ, ਜਿਹਨੂੰ ਫੜ ਕੇ ਕੈਦ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਮਨੁੱਖੀ ਅਧਿਕਾਰਾਂ ਦਾ ਜ਼ਿਕਰ ਜਦੋਂ ਅਸੀਂ ਕਰਦੇ ਹਾਂ ਤਾਂ ਹਮੇਸ਼ਾ ਇੱਕ ਦਿਹਾੜਾ ਮਨਾਇਆ ਜਾਂਦਾ, ਜਿਹੜਾ ਮਨਾ ਕੇ ਸ਼ਾਇਦ ਮੈਨੂੰ ਲੱਗਦਾ ਕਿ ਛੱਡ ਦਿੱਤਾ ਜਾਂਦਾ, ਭੁੱਲ ਦਿੱਤਾ ਜਾਂਦਾ, ਤੇ ਇਹ ਵੀ ਨਹੀਂ ਯਾਦ ਰਹਿੰਦਾ ਕਿ ਇਹ ਦਿਹਾੜਾ ਮਨਾਇਆ ਕਿਉਂ ਗਿਆ ਸੀਗਾ। ਬਹੁਤ ਸਾਰੇ ਲੋਕ ਚਰਚਾ ਕਰਦੇ ਨੇ, ਚਿੰਤਾ ਕਰਦੇ ਨੇ, ਚਿੰਤਨ ਵੀ ਕਰਦੇ ਨੇ, ਪਰ ਕੀ ਉਹਨਾਂ ਬਾਬਤ ਕੋਈ ਵੱਡੇ ਪੱਧਰ ਤੇ ਕਾਰਵਾਈਆਂ ਹੁੰਦੀਆਂ ਨੇ ਜਾਂ ਸਿਰਫ ਸੈਮੀਨਾਰਾਂ ਤੱਕ ਇਹ ਚੀਜ਼ਾਂ ਸੀਮਤ ਰਹਿ ਜਾਂਦੀਆਂ ਨੇ? ਬਹੁਤ ਵੱਡੇ ਸਵਾਲ ਨੇ ਇਸ ਮੁਤਲਕ। ਅਸੀਂ ਅੱਜ ਇਸੇ ਮੁਤਲਕ ਗੱਲ ਕਰਨੀ ਕਿਉਂਕਿ ਦੁਨੀਆ ਭਰ ਦੇ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ ਜਦੋਂ ਮਨੁੱਖੀ ਅਧਿਕਾਰ ਕੁਚਲੇ ਜਾਂਦੇ ਨੇ, ਦੱਬੇ ਜਾਂਦੇ ਨੇ, ਜਦੋਂ ਹੱਕਾਂ ਤੇ ਡਾਕਾ ਵੱਜਦਾ ਹੈਗਾ ਤੇ ਆਮ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਦੱਬਣ ਦੀ ਜਾਂ ਨਾ ਸੁਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਿਸਟਮ ਤੇ ਸਵਾਲ ਖੜੇ ਹੁੰਦੇ ਨੇ। ਸਾਡੇ ਨਾਲ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਨੇ ਗੱਲਬਾਤ ਕਰਨੀ, ਕਿਉਂਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਦੀ ਗੱਲ ਕਰ ਲਈਏ, ਬਹੁਤ ਸਾਰੇ ਕੇਸਾਂ ਦੀ ਗੱਲ ਕਰ ਲਈਏ, ਵੱਖ-ਵੱਖ ਸਮੇਂ ਤੇ ਚਿੰਤਨ ਕਰਨ ਦੀ ਗੱਲ ਕਰ ਲਈਏ, ਜਾਂ ਲੋਕਾਂ ਨੂੰ ਸਹੀ ਰਾਹੇ ਪਾਉਣ ਦੀ ਤੇ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ, ਜਦੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾਂਦਾ ਹੋਵੇ ਤੇ ਆਵਾਜ਼ ਬੁਲੰਦ ਕਰਦੇ ਰਹੇ। ਚਹਿਲ ਸਾਹਿਬ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਤੁਹਾਡਾ। ਬਹੁਤ-ਬਹੁਤ ਮਿਹਰਬਾਨੀ ਜੀ ਤੁਹਾਡੇ। ਚਹਿਲ ਸਾਹਿਬ, ਅਸੀਂ ਅੱਜ ਇੱਥੋਂ ਸ਼ੁਰੂ ਕਰ ਲੈਂਦੇ ਹਾਂ ਕਿ ਲੱਗਦਾ ਕਿ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਰਹਿ ਵੀ ਗਈ ਹੈ ਸਾਡੇ ਸਮਾਜ ਦੇ ਵਿੱਚ। ਦੇਖੋ, ਸਾਡਾ ਸਮਾਜ ਜਿਹੜਾ ਹੈ, ਖਾਸ ਕਰਕੇ ਜੇ ਸਮਾਜ ਦੀ ਲੈਣੀ ਆ, ਭਾਰਤ ਦੀ ਗੱਲ ਕਰਨੀ ਆ, ਇਹਦੇ ਵਿੱਚੋਂ ਸਦੀਆਂ ਤੋਂ ਇਹ ਸਾਡੇ ਦਾ ਇਤਿਹਾਸ ਹੈਗਾ ਵੀ ਇੱਥੇ ਮਨੁੱਖੀ ਹੱਕਾਂ ਦੀ ਕੋਈ ਕਦਰ ਨਹੀਂ ਸੀ। ਇਸੇ ਕਦਰ ਦੀ ਜਿਹੜੀ ਹੈਗੀ ਆ ਆਪਾਂ ਉਦਾਹਰਨ ਲੈਂਦੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਸ਼ਹੀਦੀ ਦੇਣੀ ਪਈ ਸੀ। ਕਿਉਂਕਿ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਇਸ ਮੁਲਕ 'ਚ ਉਸ ਵੇਲੇ ਦਾ ਜਿਹੜਾ ਨਿਜ਼ਾਮ ਸੀ ਜਾਂ ਉਸ ਵੇਲੇ ਦਾ ਜਿਹੜਾ ਰਾਜਾ ਸੀ ਜਾਂ ਮੁਗਲ ਸ਼ਾਸਕ ਸੀ, ਉਹ ਘਾਣ ਕਰ ਰਿਹਾ ਸੀ, ਤਾਂ ਉਹਨਾਂ ਨੂੰ ਇਹਨਾਂ ਦੀ ਜਿਹੜੀ ਹੈਗੀ ਸ਼ਹਾਦਤ ਦੇਣੀ ਪਈ। ਉਸ ਤੋਂ ਬਾਅਦ ਵੀ ਫਿਰ ਜਿਹੜਾ ਹੈ ਕੋਈ ਖਾਸ ਤਬਦੀਲੀ ਨਹੀਂ ਆਈ। ਅੰਗਰੇਜ਼ ਆ ਗਏ, ਅੰਗਰੇਜ਼ਾਂ ਨੇ ਵੀ ਗੁਲਾਮੀ ਦੀ ਗੱਲ ਕੀਤੀ। ਫਿਰ ਆਪਣਾ ਜਿਹੜਾ ਹੈ ਹੁਣ ਜਿਹਨੂੰ ਕਹਿੰਦੇ ਡੈਮੋਕ੍ਰੈਟਿਕ ਸੈਟਅਪ ਆ ਗਿਆ ਆਜ਼ਾਦੀ ਤੋਂ ਬਾਅਦ ਵੀ ਜਿੰਨੇ ਸਾਡੇ ਮੁਲਕ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ, ਜਿੰਨੀ ਕਤਲੇਆਮ ਹੋਈ ਹੈ, ਉਨੀ ਸ਼ਾਇਦ ਦੁਨੀਆ ਦੇ ਬਾਕੀ ਦੇ ਹਿੱਸੇ 'ਚ ਨਾ ਹੋਈ ਹੋਏ। ਸੋ ਮਨੁੱਖੀ ਅਧਿਕਾਰਾਂ ਦਾ ਇੱਕ ਜਿਸ ਤਰ੍ਹਾਂ ਅੱਜ ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਮਨਾਉਣ ਦੀ ਗੱਲ ਕਰ ਰਹੇ ਹਾਂ, ਚਾਹੇ ਲੋਕੀ ਸਾਰੀ ਦੁਨੀਆ ਤੇ ਮਨਾ ਰਹੇ ਨੇ, ਇਹ ਇੱਕ ਰਸਮੀ ਤੌਰ ਤੇ ਗੱਲ ਰਹਿ ਗਈ ਆ। ਕੋਈ ਵੀ ਮਨੁੱਖੀ ਅਧਿਕਾਰਾਂ ਦਾ ਜਿੱਥੇ ਘਾਣ ਹੋਇਆ ਜਾਂ ਕਰ ਰਿਹਾ ਹੈ, ਉਹਦੇ ਲਈ ਕੋਈ ਸਾਡੇ ਕੋਲ ਇਲਾਜ ਨਹੀਂ ਕੋਈ ਹੈਗਾ, ਸਾਡੇ ਕੋਲ ਕੋਈ ਜਿਹੜੀ ਹੈਗੀ ਆ ਉਹਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਹੈਗਾ। ਕੋਈ ਚਹਿਲ ਸਾਹਿਬ, ਬੜੀ ਅਹਿਮ ਗੱਲ ਤੁਸੀਂ ਕਹੀ ਕਿ ਅਸੀਂ ਸਿਰਫ ਮਨਾ ਰਹੇ ਹਾਂ, ਜਿੱਦਾਂ ਅਸੀਂ ਹੋਰ ਖੁਸ਼ੀ ਦੇ ਦਿਹਾੜੇ ਮਨਾ ਲਈ ਤੇ ਜਾਂ ਕੋਈ ਪ੍ਰੋਗਰਾਮ ਹੋ ਗਿਆ ਉਹ ਮਨਾ ਲਿਆ, ਉਸ ਤੋਂ ਬਾਅਦ ਬੜੀ ਅਹਿਮ ਚੀਜ਼ ਹੈ ਕਿ
ਸਿਰਫ ਮਨਾਉਣ ਤੱਕ ਸੀਮਤ ਆ ਅਸੀਂ? ਸਾਡੇ ਤੋਂ ਕੋਈ ਸਿਸਟਮ ਦੇ ਵਿੱਚ ਕੋਈ ਰਸਤਾ ਨਹੀਂ ਹੈਗਾ ਸਾਡੇ ਕੋਲ ਕਿ ਅਸੀਂ ਇਸ ਤਰੀਕੇ ਨਾਲ ਆਵਾਜ਼ ਬੁਲੰਦ ਕਰੀਏ ਜਾਂ ਲਾਮਬੰਦੀ ਕਰੀਏ, ਲੋਕਾਂ ਦੀ ਲਾਮਬੰਦੀ ਕਰੀਏ, ਲੋਕ ਇਕੱਠੇ ਹੋਣ, ਚੇਤਨਾ ਪੈਦਾ ਕੀਤੀ ਜਾਵੇ, ਲੋਕ ਲਹਿਰ ਬਣੇ, ਉਸ ਤੋਂ ਬਾਅਦ ਕੋਈ ਹੱਲ ਕੀਤਾ ਜਾ ਸਕੇ? ਇਸ ਤਰ੍ਹਾਂ ਦੀ ਕੋਈ ਏਡੀ ਵੱਡੀ ਪਾਵਰਫੁਲ ਜਿਹੜੀ ਹੈਗੀ ਆ ਉਹ ਮੂਵਮੈਂਟ ਨਹੀਂ ਚੱਲ ਸਕਦੀ, ਨਾ ਚਲਾਉਣ ਦੇ ਕਾਬਲ ਸਾਡੇ ਕੋਲ ਲੀਡਰ ਹੈਗੇ ਨੇ। ਤਦੇ ਹੀ ਹੈ ਵੀ ਸਾਡੇ ਮੁਲਕ ਦੇ ਵਿੱਚ ਹੁਣ ਦੇਖੀਏ ਆਪਾਂ, ਏਡਾ ਵੱਡਾ ਪੰਜਾਬ ਦੇ ਵਿੱਚ ਕਤਲੇਆਮ ਹੋਈ ਹੈ, ਉਹਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਹੈ ਜਿਹੜੀ ਉਹਨਾਂ ਨੇ ਸਹਾਰਨਾ ਦਿੱਤੀ ਹੈ ਵੀ ਜਿਹੜੀ ਸਰਕਾਰ ਨੇ ਕਤਲੇਆਮ ਕਰ ਦਿੱਤੀ ਉੱਤੇ ਮਿੱਟੀ ਪਾ ਦਿੱਤੀ, ਉਹ ਕੋਈ ਜਾਇਜ਼ ਠਹਿਰਾਉਂਦਾ ਰਿਹਾ, ਕਿਸੇ ਨੇ ਆਵਾਜ਼ ਨਹੀਂ ਉਠਾਈ। ਹਾਂ, ਕੋਈ ਜਥੇਬੰਦੀਆਂ ਨੇ ਉਠਾਈ ਹੈ, ਪਰ ਉਹਨਾਂ ਦੀ ਜਥੇਬੰਦੀਆਂ ਦੀ ਜਿਹੜੀ ਹੈਗੀ ਆਵਾਜ਼ ਇੰਨੀ ਸਾਜ਼ਗਾਰ ਨਹੀਂ ਹੋ ਸਕਦੀ, ਕਿਉਂਕਿ ਸਟੇਟ ਇੱਕ ਬੜੀ ਵੱਡੀ ਤਾਕਤ ਹੈ, ਉਹਦੇ ਨਾਲ ਮੱਥਾ ਲਾਉਣਾ ਤੇ ਜਿਹੜਾ ਹੈ ਬਹੁਤ ਔਖਾ ਹੈ, ਤੇ ਔਖਾ ਕੰਮ ਕਰਨ ਲਈ ਜਿਹੜੇ ਬੜੇ ਘੱਟ ਲੋਕ ਅੱਗੇ ਆਉਂਦੇ ਨੇ। ਇਸ ਕਰਕੇ ਇਸ ਮੂਵਮੈਂਟ ਦੇ ਵਿੱਚ ਜਿਹੜੀ ਹੈਗੀ ਆ ਵੀ ਇਹਨੂੰ ਠੀਕ ਹੈ, ਰੌਲਾ ਪਾਉਣਾ ਚਾਹੀਦਾ, ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ, ਉਹਦੇ ਨਾਲ ਘੱਟ ਹੋ ਸਕਦੀ ਹੈ, ਉਹਦੇ ਨਾਲ ਲੋਕਾਂ ਦੇ ਜਿਹੜੇ ਹੈਗੇ ਆ ਕੁਛ ਮਹਿਫੂਜ਼ ਰੱਖੇ ਜਾ ਸਕਦੇ ਨੇ ਜਿਹੜੇ ਮਨੁੱਖੀ ਅਧਿਕਾਰ ਹੁੰਦੇ। ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਗੱਲ ਕਰੀਏ, ਅਸੀਂ ਵਕੀਲਾਂ ਦੇ ਵੱਲੋਂ ਇੱਕ ਜਿਹੜੀ ਸੰਸਥਾ ਬਣਾਈ ਸੀ ਹਿਊਮਨ ਰਾਈਟਸ ਇੰਟਰਨੈਸ਼ਨਲ, ਲਾਇਰਸ ਹਿਊਮਨ ਰਾਈਟ ਇੰਟਰਨੈਸ਼ਨਲ, ਉਹ ਬੋਡੀ ਜਿਹੜੀ ਰਜਿਸਟਰ ਵੀ ਕਰਾਈ ਸੀ। ਉਹਨਾਂ ਨੇ ਬੜੀ ਵੱਡੀ ਤਾਦਾਦ 'ਤੇ ਲੋਕਾਂ ਦੇ ਸੈਂਕੜੇ ਨਹੀਂ ਹਜ਼ਾਰਾਂ ਕੇਸ ਜਿਹੜੇ ਮੁਫਤ ਕੀਤੇ, ਜਿਹੜੇ ਬੰਦੇ ਅੰਦਰ ਸਨ ਉਹਨਾਂ ਨੂੰ ਛਡਾਇਆ, ਜਿਹੜੇ ਕਤਲ ਕੀਤੇ ਹਨ, ਐਨਕਾਊਂਟਰ ਦੇ ਵਿੱਚ ਫਾਲਸ ਦਿਖਾਏ ਗਏ ਸਨ, ਉਹਨਾਂ ਦੀਆਂ CBI ਇਨਕੁਆਇਰੀ ਕਰਕੇ ਜਿਹੜੇ ਪੁਲਿਸ ਦੇ ਬਹੁਤ ਬੰਦੇ ਜਿਹੜੇ ਉਹਨਾਂ ਨੂੰ ਅੰਦਰ ਕਰਾਇਆ। ਮਤਲਬ ਅਸਰ ਤਾਂ ਹੋਇਆ, ਪਰ ਜਿਹੜੀ ਤਾਦਾਦ ਦੇ ਨਾਲ ਕਤਲੇਆਮ ਹੋਈ ਹੈ ਉਹਦੇ ਮੈਚ ਨਹੀਂ ਕਰ ਸਕੇ ਅਸੀਂ, ਕਿਉਂਕਿ ਸਾਡੇ ਕੋਲ ਉਹਨੇ ਸੋਰਸਿਸ ਨਹੀਂ ਸੀ, ਉਨੀ ਤਾਕਤ ਨਹੀਂ ਸੀ, ਉਹਨੇ ਬੰਦੇ ਨਹੀਂ ਸੀ, ਤੇ ਸਰਕਾਰ ਜਿਹੜੀ ਸੀ ਉਹ ਆਪਣਾ ਜਿਹੜਾ ਰਵੱਈਆ ਤਬਦੀਲ ਕਰਨ ਨੂੰ ਤਿਆਰ ਨਹੀਂ ਸੀ। ਤੁਸੀਂ ਹੁਣ ਜਿਵੇਂ ਜ਼ਿਕਰ ਕੀਤਾ ਹੈ ਕਿ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਚਲੋ ਇਹੀ ਮੈਂ ਸ਼ੁਰੂਆਤ ਵਿੱਚ ਜ਼ਿਕਰ ਕਰ ਰਿਹਾ ਸੀ ਕਿ ਤੁਸੀਂ ਆਪਣੇ ਵੱਲੋਂ ਕੋਸ਼ਿਸ਼ਾਂ ਕਰਦੇ ਰਹੇ ਹੋ, ਵੱਖ-ਵੱਖ ਸਮੇਂ ਤੇ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਆਪਣੇ ਵੱਲੋਂ। ਚੱਲ ਸਾਹਿਬ, ਕੋਈ ਇੱਦਾਂ ਦਾ ਸਮਾਂ ਜਦੋਂ ਲੱਗਾ ਹੋਵੇ ਵੀ ਇਹ ਤਾਂ ਹੱਦ ਹੀ ਹੋ ਗਈ, ਇਹ ਤਾਂ ਇਸ ਤੋਂ ਉੱਪਰ ਜ਼ਿਆਦਾ ਕੋਈ ਹੋ ਹੀ ਨਹੀਂ ਸਕਦਾ, ਵੀ ਤੁਹਾਡੇ ਧਿਆਨ ਦੇ ਵਿੱਚ ਇੱਦਾਂ ਦਾ ਕੋਈ ਮਸਲਾ ਆਇਆ ਹੋਵੇ ਤੁਹਾਡੇ ਇਸ ਪੂਰੇ ਕਰੀਅਰ ਦੇ ਦੌਰਾਨ ਵੀ ਇਹ ਤਾਂ ਹੱਦ ਹੋ ਗਈ, ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ? ਦੇਖੋ, ਅਜੇ ਵੀ ਜਿਹੜੀ ਹੈ ਨਾ, ਅਸੀਂ ਤੇ ਇਸ ਦੇ ਬਾਰੇ ਜਿਹੜਾ ਵਿਰੋਧ ਹੀ ਕਰ ਰਹੇ ਹਾਂ ਨਾ, ਵਿਰੋਧ ਕਰਨ ਦੇ ਵਿੱਚ ਬੜੀਆਂ ਵੱਡੀਆਂ ਜਿਹੜੀਆਂ ਸਾਡੇ 5 ਵਕੀਲ ਸਾਹਿਬਾਨਾਂ ਨੂੰ ਉਹਨਾਂ ਨੇ ਐਨਕਾਊਂਟਰ ਸ਼ੋਅ ਕਰਕੇ ਮਾਰ ਦਿੱਤਾ ਗਿਆ, ਹਾਲਾਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਲੇਕਿਨ ਜੇ ਅਸੀਂ ਇਹਨੂੰ ਛੱਡ ਵੀ ਦਈਏ ਤੇ ਫਿਰ ਵੀ ਕੋਈ ਗੱਲ ਨਹੀਂ ਬਣਦੀ। ਅਕਸਰ ਇਹ ਜ਼ਿੰਦਗੀ ਦਾ, ਖਾਸ ਕਰਕੇ ਸਿੱਖੀ ਦਾ ਇਹ ਅਸੂਲ ਹੈ ਕਿ ਜਿਹੜਾ ਜ਼ੁਲਮ ਕਰ ਰਿਹਾ ਉਹਦੇ ਖਿਲਾਫ ਆਵਾਜ਼ ਤੇ ਉਠਾਓ, ਉਹਦੇ ਖਿਲਾਫ ਲੜੋ ਤਾਂ ਸਹੀ, ਜਿੰਨਾ ਕਾਮਯਾਬੀ ਹੋਏਗੀ ਉਹ ਠੀਕ ਹੈ, ਉਹਦੇ ਨਾਲ ਸਾਡੀ ਜਿਹੜੀ ਹੈ ਸਮਾਜ ਦੇ ਵਿੱਚ ਕੁਛ ਨਾ ਕੁਛ ਢਾਰਸ ਆਉਂਦੀ ਆ। ਸਮਾਜ ਦੇ ਜਿਨ੍ਹਾਂ ਦੇ ਘਰ ਬਚ ਜਾਂਦੇ ਨੇ ਇਸ ਸਰਕਾਰ ਦੇ ਤਸ਼ੱਦਦ ਤੋਂ, ਉਹ ਘੱਟ ਤੋਂ ਘੱਟ ਇਹ ਮਹਿਸੂਸ ਕਰਦੇ ਵੀ ਇਨਸਾਨੀਅਤ ਅਜੇ ਜੀਂਦੀ ਹੈ। ਤੇ ਜੇ ਸਾਰੇ ਦੇ ਸਾਰੇ ਅਸੀਂ ਆਪਣੇ ਇਹ ਵੇਖੀਏ ਵੀ ਜੀ ਇਹਦੇ 'ਚ ਕੋਈ ਕਾਮਯਾਬੀ ਵੀ ਨਹੀਂ ਹੋ ਰਹੀ, ਜੇ ਕਾਮਯਾਬੀ ਬਹੁਤ ਘੱਟ ਹੋ ਰਹੀ ਹੈ, ਤੇ ਫਿਰ ਇਹਦਾ ਮਤਲਬ ਫਿਰ ਤਾਂ ਬਿਲਕੁਲ ਹੀ ਸਟੇਟ ਨੂੰ ਫ੍ਰੀ ਜਿਹੜਾ ਹੈਂਡ ਮਿਲ ਜਾਂਦਾ ਹੈ। ਜਿੱਦਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ 84 ਵਾਲਾ ਅਸੀਂ ਦੇਖਿਆ, ਬਹੁਤ ਸਾਰੇ ਲੋਕਾਂ ਨੇ ਦੇਖਿਆ, ਸਾਡੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ, ਅਸੀਂ ਸੁਣਿਆ, ਅਸੀਂ ਦੇਖਿਆ ਕਿ ਉਹ ਕਿਸ ਤਰੀਕੇ ਨਾਲ ਕੋਈ, ਕਿਉਂਕਿ ਬਹੁਤ ਸਾਰੇ ਦਸਤਾਵੇਜ਼ਾਂ ਦੇ ਜ਼ਰੀਏ ਵੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸ ਤਰੀਕੇ ਨਾਲ, ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ, ਡਾਕੂਮੈਂਟਰੀਜ਼ ਵੀ ਬਣੀਆਂ, ਉਹਨਾਂ ਨੇ ਬਾਖੂਬੀ ਸਮਝਾਇਆ ਕਿ ਕਿਸ ਤਰੀਕੇ ਨਾਲ ਉਹ ਮਨੁੱਖੀ ਅਧਿਕਾਰਾਂ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਕੀਤੀ ਗਈ। ਤੇ ਮੈਂ ਤੁਹਾਡੇ ਤੋਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਤਸਵੀਰਾਂ ਛਪੀਆਂ ਹੋਣਗੀਆਂ ਕਿ ਕਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ, ਕਿਸ ਤਰੀਕੇ ਨਾਲ ਸਿੱਧੇ ਤੌਰ 'ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਜਿਹੜਾ ਇੱਕ ਬੰਦੇ ਨੂੰ ਮਿਲੇ ਹੁੰਦੇ ਨੇ? ਨਹੀਂ, ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ, ਇੱਥੇ ਸਾਰਾ ਕੁਝ ਘਾਣ ਕਰ ਦਿੱਤਾ ਗਿਆ। ਨਾ ਕਾਨੂੰਨ ਰਹਿ ਗਿਆ, ਨਾ ਅਦਾਲਤਾਂ ਰਹਿ ਗਈਆਂ, ਨਾ ਇਨਸਾਫ ਰਹਿ ਗਿਆ, ਨਾ ਸਰਕਾਰ ਰਹਿ ਗਈ। ਇੱਕੋ ਹੀ ਗੱਲ ਰਹਿ ਗਈ ਵੀ ਮਾਰ ਦਿਓ, ਫੜ ਲਓ, ਮਾਰ ਦਿਓ। ਉਹਦੇ ਨਾਲ ਫਿਰ ਇਹ ਤਾਂ ਸਭ ਤੋਂ ਵੱਡਾ ਐਂਡ ਹੋ ਗਿਆ ਨਾ ਜੀ। ਇਸ ਦੇ ਬਾਵਜੂਦ ਵੀ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਿੱਚ ਕਾਰਕੁਨ ਆਏ ਨੇ, ਚਾਹੇ ਜਿਨ੍ਹਾਂ ਨੇ ਗੱਲ ਕੀਤੀ ਹੈ, ਉਹਨਾਂ ਨੇ ਇਹ ਜ਼ਰੂਰ ਇਸ ਸਮਾਜ ਨੂੰ ਜਿਹੜੀ ਸੇਵਾ ਕੀਤੀ ਹੈ ਵੀ ਉਹਨਾਂ ਦੇ ਖਿਲਾਫ ਆਵਾਜ਼ ਉੱਠੀ ਹੈ। ਆਵਾਜ਼ ਉੱਠਣ ਦੇ ਨਾਲ ਡਾਕੂਮੈਂਟਸ ਬਣ ਗਏ ਨੇ, ਉਹ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਜਿਹੜੇ ਹੈ ਇਹ ਸਰਕਾਰ ਦੇ ਖਿਲਾਫ ਵਰਤੇ ਗਏ ਨੇ। ਸਰਕਾਰ ਦੇ ਖਿਲਾਫ ਉੱਥੋਂ ਦੁਨੀਆ ਦੇ ਵਿੱਚੋਂ ਆਵਾਜ਼ਾਂ ਉੱਠੀਆਂ ਨੇ ਵੀ ਤੁਸੀਂ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਲਈ ਫਿਰਦੇ ਆ ਜਿੱਥੇ ਬੰਦੇ ਦੀ ਕਦਰ ਹੀ ਕੋਈ ਨਹੀਂ, ਜਿਹਨੂੰ ਫੜ ਕੇ ਮਾਰ ਦਿੰਦੇ ਆ, ਜਿਹਨੂੰ ਫੜ ਕੇ ਕੈਦ ਕਰ ਲੈਂਦੇ ਆ,
ਜਿਹਨੂੰ ਮਰਜ਼ੀ ਤੁਹਾਡੀਆਂ ਅਦਾਲਤਾਂ ਜਿਹੜੀਆਂ ਖਿੱਚੀ ਫਿਰਦੀਆਂ ਨੇ। ਜੈਨ ਸਾਹਿਬ ਇੱਕ ਬੜੀ ਅਹਿਮ ਚੀਜ਼, ਕਿਉਂਕਿ ਅੱਜ ਵੀ ਇਹ ਵੀਡੀਓ ਬਹੁਤ ਸਾਰੇ ਲੋਕ ਦੇਖ ਰਹੇ ਹੋਣੇ ਆ, ਕਈਆਂ ਨੂੰ ਹੱਲੇ ਵੀ ਨਹੀਂ ਪਤਾ ਉਹਨਾਂ ਦੇ ਮਨੁੱਖੀ ਅਧਿਕਾਰ ਉਹਨਾਂ ਨੂੰ ਕੀ ਕੀ ਅਧਿਕਾਰ ਦਿੰਦੇ ਨੇ। ਜਦੋਂ ਅਸੀਂ ਸਮਝਾਉਣਾ ਹੋਵੇ ਲੋਕਾਂ ਨੂੰ ਕਿ ਤੁਹਾਡੇ ਅਧਿਕਾਰ, ਤੁਹਾਡੇ ਤੋਂ ਕਿਹੜੇ ਕਿਹੜੇ ਅਧਿਕਾਰ ਨੇ, ਜਿੱਥੇ ਤੁਹਾਡਾ ਘਾਣ ਹੋ ਰਿਹਾ ਹੈ, ਬੜੇ ਅਹਿਮ ਚੀਜ਼ ਹੈ। ਮੈਨੂੰ ਲੱਗਦਾ ਕਿ ਇਹ ਵੀ ਦਰਸ਼ਕਾਂ ਨੂੰ ਪਤਾ ਹੋਣੀ ਚਾਹੀਦੀ ਵੀ ਕਿੱਥੇ ਕਿੱਥੇ ਤੁਹਾਡਾ ਘਾਣ ਹੋ ਰਿਹਾ ਇਸ ਵੇਲੇ ਵੀ ਸਮਾਜ ਦੇ ਵਿੱਚ ਵੀ। ਨਹੀਂ, ਸਾਡਾ ਘਾਣ ਦੇਖੋ ਇਸ ਮਾਮਲੇ 'ਚ ਜਿਸ ਤਰ੍ਹਾਂ ਦੋ ਹੈ, ਇੱਕ ਸਾਡੀ ਸਮਾਜੀ ਤੇ ਧਾਰਮਿਕ ਜ਼ਿੰਦਗੀ ਹੈ ਜੀ, ਇੱਕ ਸਾਡੀ ਜ਼ਿੰਦਗੀ ਹੈ ਜਿਹੜੀ ਸਟੇਟ ਨਾਲ ਜੁੜੀ ਹੈ। ਜਿਹੜੀ ਸਾਡੀ ਸਮਾਜੀ ਤੇ ਧਾਰਮਿਕ ਹੈ ਉਹ ਮੈਂ ਆਪਣੇ ਸਮਾਜ ਨਾਲ ਰਹਿ ਕੇ ਜਿਉਣਾ ਚਾਹੁੰਦਾ ਔਰ ਜਿਉਣ ਦਾ ਮੈਨੂੰ ਹੱਕ ਹੈ। ਜੇ ਮੈਂ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਤੇ ਮੈਨੂੰ ਸਿੱਖੀ ਜਿਹੜੀ ਹੈ ਮੁੱਢ ਤੋਂ ਮਿਲੀ ਹੈ, ਮੇਰੀ ਜਿਹੜੀ ਵਿਰਾਸਤ ਹੈ, ਮੈਨੂੰ ਇਹਦੇ ਵਿੱਚ ਜਿਉਣ ਦਾ ਹੱਕ ਹੋਣਾ ਚਾਹੀਦਾ। ਇਸ ਵਿੱਚ ਮੇਰਾ ਧਰਮ ਬਦਲਣਾ, ਚਾਹੇ ਮੈਨੂੰ ਸਿੱਖ ਹੋ ਕੇ ਟੌਰਚਰ ਕਰਨਾ, ਚਾਹੇ ਮੈਨੂੰ ਮਾਰਨਾ, ਚਾਹੇ ਮੇਰੇ ਤੇ ਝੂਠੇ ਕੇਸ ਪਾਉਣੇ, ਇਸ ਤੋਂ ਵੱਡਾ ਹਿਊਮਨ ਰਾਈਟਸ ਜਿਹੜਾ ਹੈ ਇਹ ਜਿਹੜਾ ਉਲੰਘਣਾ ਨਹੀਂ ਹੋ ਸਕਦੀ। ਦੂਜੀ ਗੱਲ ਸਰਕਾਰ ਦੀ ਹੈ। ਸਰਕਾਰ ਦਾ ਇਹ ਫਰਜ਼ ਬਣਦਾ ਹੈ ਵੀ ਹਰ ਇੱਕ ਜਿਹੜਾ ਇਨਸਾਨ ਇਸ ਮੁਲਕ ਦੇ ਵਿੱਚ ਬਸ਼ਿੰਦਾ ਹੈ ਉਹਦੀ ਲਾਈਫ ਲਿਬਰਟੀ ਜਿਹੜੀ ਉਹਨੂੰ ਪ੍ਰੋਟੈਕਟ ਕਰੇ, ਉਹਨੂੰ ਖਾਣ ਨੂੰ ਦੇਵੇ, ਉਹਨੂੰ ਰਹਿਣ ਨੂੰ ਦੇਵੇ, ਉਹਦੇ ਜਿਹੜਾ ਹੈ ਉਹਦੀ ਜਿਹੜੀ ਹਿਫਾਜ਼ਤ ਕਰੇ। ਇਹ ਜੇ ਸਰਕਾਰ ਫੇਲ ਹੋ ਜਾਂਦੀ ਹੈ, ਹੁਣ ਜਿਸ ਤਰ੍ਹਾਂ ਸਾਡੇ ਮੁਲਕ ਦੇ ਵਿੱਚ ਇੰਪਲੋਇਮੈਂਟ ਹੈ ਨਹੀਂ ਗੀ, ਬੱਚੇ ਬਹੁਤ ਬੁਰੀ ਹਾਲਤ 'ਚ ਨੇ, ਕਿਸੇ ਦਾ ਜਿਹੜਾ ਹੈ ਪ੍ਰੋਟੈਕਸ਼ਨ ਕੋਈ ਵੀ ਨਹੀਂ ਹੈਗੀ। ਜੇ ਬੰਦੇ ਜਿਹੜੇ ਨੇ ਜਿਹੜੇ ਮਾਰੇ ਜਾ ਰਹੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜੇ ਕੋਈ ਵਪਾਰੀ ਹੈ ਵਪਾਰ ਕਰਦਾ ਉਹਨੂੰ ਧਮਕੀਆਂ, ਹਾਂ, ਜੇ ਸਰਕਾਰ ਦੀ ਗੱਲ ਆਉਂਦੀ ਹੈ ਵੀ ਹੁਣ ਇਸ ਗੱਲ ਦੇ ਵਿੱਚ ਤੁਸੀਂ ਕਿਹੜੇ ਬੰਨੇ ਆਪਾਂ ਜਾਵਾਂਗੇ ਵੀ ਇਹ ਵਾਇਓਲੇਸ਼ਨ ਜਿਹੜੀ ਹੈ ਸਰਕਾਰ ਕਿਸ ਤਰ੍ਹਾਂ ਦੀ ਨਾਕਾਮੀ ਹੋ ਸਕਦੀ ਹੈ। ਇਹ ਗੱਲ ਸਾਡੇ ਜ਼ਿਹਨ 'ਚ ਨਹੀਂ ਨਿਕਲ ਸਕਦੀ ਵੀ ਸਰਕਾਰ ਨੇ ਜਿਹੜਾ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਹੈ ਜਾਂ ਡਰੱਗ ਜਿਹੜੀ ਹੈ ਸਾਰੀ ਇਹਨਾਂ ਨੇ ਲਿਆਂਦੀ ਹੈ। ਤੇ ਜੇ ਸਰਕਾਰ ਨੇ ਲਿਆਂਦੀ ਤਾਂ ਹੁਣ ਸਰਕਾਰ ਹੀ ਨਹੀਂ ਖਤਮ ਕਰਨਾ ਚਾਹੁੰਦੀ ਤਾਂ ਮੈਂ ਕੀ ਕਰ ਲਾਂਗਾ। ਅਜੇ ਵੀ ਗੱਲ ਜਿਹੜੀ ਹੈ ਮਾਨ ਸਰਕਾਰ ਦੀ ਬੜੀ ਜਿਹੜੀ ਸੀ, ਉਹਨਾਂ ਨੇ ਆਪਣਾ ਜ਼ੋਰੋ ਸ਼ੋਰੋ ਨਾਲ ਆਪਣਾ ਕੀਤਾ ਪ੍ਰਚਾਰ ਵੀ ਅਸੀਂ ਤੇ ਦਿਨਾਂ 'ਚ ਬੰਦ ਕਰ ਦਾਂਗੇ। ਇਸ ਵੇਲੇ ਵੀ ਇਹ ਰਿਪੋਰਟਾਂ ਆ ਰਹੀਆਂ ਨੇ ਵੀ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਜੇ ਕੋਈ ਵੇਚਣ ਦਾ ਜਿਹੜਾ ਉਹਦੇ ਖਿਲਾਫ ਬੋਲਦਾ ਹੈ ਉਹਨੂੰ ਗੁੰਡਾਗਰਦੀ, ਉਹਨੂੰ ਪੁਲਿਸ ਜਿਹੜੇ ਉਹਨੂੰ ਇੱਕਦਮ ਜਿਹੜੀ ਚਾਹੇ ਉਹਨੂੰ ਮਾਰ ਦਿੰਦੇ ਨੇ, ਚਾਹੇ ਉਹਦਾ ਨੁਕਸਾਨ ਕਰ ਦਿੰਦੇ ਨੇ, ਚਾਹੇ ਉਹਦੀਆਂ ਲੱਤਾਂ ਤੋੜਦੀਆਂ। ਸੋ ਸਰਕਾਰ ਕਿੱਥੇ ਰਹਿ ਗਈ? ਇਹ ਸਰਕਾਰ ਕੀ ਕਰੀ? ਇਹ ਸਰਕਾਰ ਨੂੰ ਕੀ ਕਰਨਾ ਹੈ? ਇੱਕ ਇਹਦੇ ਇਸ ਦੂਜੇ ਬੰਨੇ ਲੈ ਲਓ ਵੀ ਇੱਕ ਸਮਾਜੀ ਤੌਰ 'ਤੇ ਧਾਰਮਿਕ ਤੇ ਇੱਕ ਮੂਵਮੈਂਟ ਪੰਜਾਬ 'ਚ ਚੱਲ ਗਈ ਹੈ ਜਿਹਦੇ ਨਾਲ ਪੰਜਾਬ ਦੇ ਵਾਰਸਾਂ ਦੀ ਨਾਲ ਜੋੜਦੇ ਨੇ ਤੇ ਅਮਰਤਪਾਲ ਸਿੰਘ ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਮੁਖੀ ਹੈ। ਉਹਨਾਂ ਨੇ ਦਿਨਾਂ ਦੇ ਵਿੱਚ ਹੀ ਕਿੰਨੀ ਵੱਡੀ ਕੰਟਰੋਲ ਕਰ ਦਿੱਤੀ ਹੈ। ਨਾ ਪੈਸੇ ਖਰਚੇ ਨੇ, ਨਾ ਉਹਨਾਂ ਨੇ ਜਿਹੜੇ ਯੂਨਿਟ ਐਸਟੈਬਲਿਸ਼ ਕੀਤੇ ਨੇ ਤੇ ਡਰੱਗ ਸੈਂਟਰ ਜੀ ਅਸੀਂ ਦਵਾਈਆਂ ਦੇਵਾਂਗੇ, ਅਸੀਂ ਡਾਕਟਰ ਰੱਖਾਂਗੇ, ਅਸੀਂ ਜਿਹੜਾ ਹੈ ਖਤਮ ਕਰਾਂਗੇ, ਆਪਣੇ ਆਪ ਹੀ ਲੋਕੀ ਛੱਡੀ ਜਾਂਦੇ ਨੇ। ਇਹ ਤਾਂ ਮਤਲਬ ਉਹ ਚੰਗਾ ਕਿ ਸਰਕਾਰ ਚੰਗੀ ਹੈ। ਤੇ ਜੇ ਸਰਕਾਰ ਦੇ ਨਾਤੇ ਉਹ ਇਸ ਗੱਲ ਦਾ ਪ੍ਰਚਾਰ ਕਰ ਰਿਹਾ ਤੇ ਸਰਕਾਰ ਹੀ ਕਿਉਂ ਉਹਨੂੰ ਮਦਦ ਦੇ ਦਿੰਦੀ। ਇਹ ਬੜੀ ਅਹਿਮ ਚੀਜ਼ ਹੈ ਕਿ ਜਿਨ੍ਹਾਂ ਨੇ ਪ੍ਰੋਟੈਕਸ਼ਨ ਕਰਨੀ ਹੈ, ਜਿਹਨੂੰ ਅਸੀਂ ਆਪਣਾ ਸਾਰਾ ਕੁਝ ਦਿੱਤਾ, ਅਸੀਂ ਟੈਕਸ ਪੇ ਕਰਦੇ ਹਾਂ, ਅਸੀਂ ਉਹਨਾਂ ਤੇ ਆਸ ਰੱਖਦੇ ਹਾਂ ਕਿ ਇਹ ਸਰਕਾਰ ਇਹ ਸਾਡੀ ਗਵਰਨ ਕਰੂਗੀ, ਜਿਹਨੂੰ ਅਸੀਂ ਕਹਿੰਦੇ ਗਵਰਨਰ ਬੋਡੀ ਹੈਗੀ ਹੈ, ਇਹਨੇ ਸਾਡੇ ਮਨੁੱਖੀ ਅਧਿਕਾਰਾਂ ਦਾ ਰੱਖਿਆ ਕਰਨੀ। ਬਟ ਉਹ ਮੈਨੂੰ ਲੱਗਦਾ ਕਿ ਉਲਟਾ ਤੁਸੀਂ ਦੱਸ ਰਹੇ ਹੋ ਕਿ ਘਾਣ ਕਰ ਰਹੀ ਹੈ। ਉਹ ਤੇ ਜਿਹਨਾਂ ਤੋਂ ਅਸੀਂ ਕਦੇ ਆਸ ਵੀ ਨਹੀਂ ਰੱਖੀ ਉਹ ਆਣ ਕੇ ਰੱਖਿਆ ਕਰ ਰਹੇ। ਉਹ ਜ਼ਿੰਮੇਵਾਰ ਨੇ ਇਸ ਗੱਲ ਦੇ ਜੀ। ਪੰਜਾਬ ਦੇ ਵਿੱਚ ਜਵਾਨੀ ਨੂੰ ਖਤਮ ਕਰਨ ਦੇ ਅਲੱਗ ਤਰੀਕੇ ਵਰਤਦੇ ਰਹੇ ਨੇ ਤੇ ਇਹ ਜਿਹੜਾ ਸਭ ਤੋਂ ਉਹਨਾਂ ਨੂੰ ਸਾਜ਼ਗਾਰ ਮਿਲਿਆ ਹੈ ਉਹ ਹੈ ਡਰੱਗ ਦੇ ਵਿੱਚ ਲਾ ਦੇਣਾ। ਡਰੱਗ ਦੇ ਵਿੱਚ ਬੰਦਾ ਆਇਆ ਘਰ ਨੂੰ ਭੁੱਲ ਜਾਂਦਾ ਹੈ, ਆਪਣੀ ਮਾਨ ਸਤਿਕਾਰ ਨੂੰ ਭੁੱਲ ਜਾਂਦਾ ਹੈ, ਆਪਣੀ ਮਾਂ ਨੂੰ ਭੁੱਲ ਜਾਂਦੇ, ਆਪਣੇ ਪਿਓ ਨੂੰ ਭੁੱਲ ਜਾਂਦਾ ਹੈ, ਆਪਣੀ ਜਾਇਦਾਦ ਨੂੰ ਭੁੱਲ ਜਾਂਦਾ, ਆਪਣੇ ਵਿਰਸੇ ਨੂੰ ਭੁੱਲ ਜਾਂਦਾ। ਉਸ ਤੋਂ ਨਿਕੰਮਾ ਆਦਮੀ ਨਹੀਂ ਕੋਈ ਹੋ ਸਕਦਾ। ਜਾਣ ਕੇ ਸਿੱਧੇ ਤੌਰ ਤੇ ਨਸ਼ੇ ਤੇ ਲਾ ਕੇ ਉਹਨੂੰ ਫਿਰ ਆਪਣੇ ਮਨੁੱਖੀ ਅਧਿਕਾਰਾਂ ਦਾ ਪਤਾ ਹੀ ਨਹੀਂ ਰਹੂ। ਮੈਂ ਕਿਹਾ ਜੀ ਉਹਨੂੰ ਮਨੁੱਖੀ ਅਧਿਕਾਰ ਹੈ ਕਿ ਉਹ ਤਾਂ ਮਨੁੱਖੀ ਅਧਿਕਾਰਾਂ ਦਾ ਕੀ ਘਾਣ ਕਰੇਗਾ ਵੀ ਉਹਨੇ ਆਪਣੀ ਘਰ ਵਾਲੀ ਨਾਲ ਬੇਵਫਾਈ ਕੀਤੀ, ਉਹਨਾਂ ਦਾ ਛੋਟਾ ਜਿਹਾ ਬੱਚਾ ਉਹਨੂੰ ਉਹ ਕੀ ਕਰੇਗਾ, ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਕੀ ਕਰਨਗੇ ਜਦੋਂ ਉਹ ਮਰਦਾ ਹੈ ਤੇ ਮਰਨ ਦੇ ਉਹਦੇ ਮਤਲਬ ਹੈ ਵੀ ਜੇ ਕਹਿ ਲਈਏ ਕੁੱਤੇ ਜਿੰਨੀ ਕੀਮਤ ਨਹੀਂ ਪੈਂਦੀ। ਸਾਜ਼ਿਸ਼ ਘੜੀ ਜਾਂਦੀ ਹੈ। ਇਹ ਸਾਰੀ ਦੀ ਸਾਰੀ ਸਟੇਟ ਦੀ ਦੇਣ ਹੈ ਜੀ। ਸਾਨੂੰ ਕੋਈ ਵੀ ਸਾਡੇ ਤੋਂ ਕੋਈ ਪੁੱਛੇ ਨਾ ਵੀ ਤੁਹਾਡੇ ਹੱਕ ਕੀ ਨੇ, ਤੁਹਾਡੇ ਹੱਕ ਕੀ ਨੇ, ਤੇ ਤੁਸੀਂ ਨਸ਼ਾ ਕਰੋ ਤੇ ਚੁੱਪ ਕਰਕੇ ਖੁੰਝੇ ਚੱਕ ਬਹਿ ਜਾਓ। ਨਸ਼ਾ ਕਰਵਾਉਣ ਲਈ ਸਰਕਾਰ ਜਿਹੜੀ ਹੈ ਬੜੀ ਲੈਵਲ ਤੇ ਦੇਂਦੀ ਹੈ। ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਪਲਾਈ ਹੋ ਰਹੀ, ਉਹਨੂੰ ਰੋਕਦੀ ਕਿਉਂ ਨਹੀਂ? ਮੈਂ ਵੀ ਇੱਕ ਵਾਰੀ ਮੋਗੇ ਵਾਲੇ ਪਾਸੇ ਵਿਚਰ ਰਿਹਾ ਸੀਗਾ, ਪਿੰਡਾਂ ਦੇ ਵਿੱਚ ਜਾ ਰਿਹਾ ਸੀ, ਕੁਝ ਖਬਰਾਂ ਕਰਨੀਆਂ ਸੀਗੀਆਂ ਤਾਂ ਉੱਥੇ ਇੱਕ ਬਜ਼ੁਰਗ ਮੈਨੂੰ ਵਾਪਸੀ ਤੇ ਛੱਡਣ ਆਏ। ਮੈਂ ਉਹਨਾਂ ਨੂੰ ਪੁੱਛਿਆ, ਬਜ਼ੁਰਗੋ ਕਿ ਕੋਈ ਨੌਜਵਾਨ ਨਹੀਂ ਦਿਖਦਾ? ਉਹ ਕਹਿੰਦੇ ਪੁੱਤ ਇਹ ਹਾਲ ਰਹੇ ਨੇ ਕੁਝ ਸਮਾਂ ਪਹਿਲਾਂ ਇੱਥੇ ਕਿ ਗੱਡੀਆਂ ਦੇ ਵਿੱਚ ਆਣ ਕੇ ਚਿੱਟਾ ਵਿਕਦਾ ਸੀ ਤੇ ਉਹ ਘਰ ਪੁੱਛਦੇ ਸੀ ਕਿ ਇਹਨੂੰ ਚਾਹੀਦਾ
ਤੇ ਇਹ ਹਾਲਾਤ ਤੇ ਕਿ ਕੋਈ ਬਚੇ ਹੀ ਨਹੀਂ ਹੈਗਾ ਨੌਜਵਾਨ ਚੱਜ ਨਾਲ, ਤੇ ਜਿਨ੍ਹਾਂ ਨੇ ਆਪਣੇ ਬੱਚੇ ਬਚਾਉਣੇ ਸੀ ਉਹਨਾਂ ਨੂੰ ਵਿਦੇਸ਼ਾਂ 'ਚ ਘੱਲਤੇ, ਤੇ ਇੱਥੇ ਤਾਂ ਇੱਥੇ ਬਿਲਕੁਲ ਇਹ ਠੀਕ ਹੈ। ਇੱਕ ਦਫਾ ਬਦਕਿਸਮਤੀ ਨਾਲ ਭਾਵੇਂ ਛੋਟੀ ਉਮਰ ਦਾ ਬੱਚਾ ਹੋਵੇ ਚਾਹੇ ਵੱਡੀ ਉਮਰ ਦਾ ਹੋਵੇ, ਜੇ ਇੱਕ ਦਫਾ ਉਹਦੇ ਮੂੰਹ ਨੂੰ ਚਿੱਟਾ ਲੱਗ ਜਾਂਦਾ ਨਾ, ਉਹਨੂੰ ਛੱਡ ਨਹੀਂ ਸਕਦਾ ਜੀ। ਏਡੀ ਵੱਡੀ ਇਹ ਭੈੜੀ ਬਿਮਾਰੀ ਹੈ, ਇਹਨੂੰ ਤੇ ਛੱਡ ਦਈਏ। ਸਰਕਾਰ ਦੀ ਇੱਥੋਂ ਨਲਾਇਕੀ ਜਾਂ ਸਰਕਾਰ ਦੀ ਜਿਹੜੀ ਹੈਗੀ ਆ ਇਨਵੋਲਵਮੈਂਟ ਜਾਂ ਇਹਦੇ ਵਿੱਚ ਹੱਥ ਹੈ। ਇੱਥੋਂ ਜੇਲ੍ਹ ਦੇ ਵਿੱਚ ਜਿਹੜੇ ਬੰਦੇ ਜਾਂਦੇ ਉਹਨਾਂ ਨੂੰ ਸੁਧਾਰ ਘਰ ਆਪਾਂ ਲਿਖਿਆ ਨਹੀਂ, ਲੇਕਿਨ ਜਿਹਦੇ ਜੇਲ੍ਹ ਦੇ ਵਿੱਚ 65% ਲੋਕ ਜਿਹੜੇ ਨੇ ਉਹ ਚਿੱਟਾ ਲੈਂਦੇ ਨੇ, ਚਾਹੇ ਡਰੱਗ ਲੈਂਦੇ ਨੇ, ਉਹ ਉੱਥੇ ਕਿੱਦਾਂ ਚਲੇ ਜਾਂਦਾ? ਆਇਆ ਸਰਕਾਰ ਇੰਨੀ ਨਕੰਮੀ ਆ ਵੀ ਮੈਂ ਚਾਹੇ ਤੁਸੀਂ ਚਾਹੇ ਪਬਲਿਕ ਆਦਮੀ ਉੱਥੇ ਜਾ ਕੇ ਉੱਥੇ ਚਿੱਟਾ ਜਿਹੜਾ ਜੇਲ੍ਹ 'ਚ ਸਪਲਾਈ ਕਰੋ ਉਹਨੇ ਤੋਂ ਖਾ ਲੈਂਦੇ ਨੇ। ਉਹ ਚਿੱਟਾ ਸਰਕਾਰ ਦੇ ਸਿਸਟਮ ਰਾਹੀਂ ਵਿਕਦਾ ਹੈ, ਔਰ ਉਹ ਇਸ ਕਰਕੇ ਵਿਕਦਾ ਹੈ ਵੀ ਜਿਹੜਾ ਕੈਦੀ ਹੈ ਉਹ ਆਪਣੇ ਬੜੇ ਮਾੜੇ ਹਾਲਤਾਂ 'ਚ ਹੁੰਦਾ, ਉਹ ਆਪਣੇ ਮਨ ਨੂੰ ਢਾਸ ਦੇਣ ਲਈ, ਆਪਣੇ ਦਿਮਾਗ ਤੋਂ ਫਿਕਰ ਲਾਉਣ ਲਈ ਜਾਂ ਚਿੰਤਾ ਲਾਉਣ ਲਈ ਉਹ ਖਾ ਲੈਂਦਾ ਇੱਕ ਦਫਾ, ਫਿਰ ਉਹ ਛੱਡ ਨਹੀਂ ਸਕਦਾ। ਫਿਰ ਉਹ ਘਰਾਂ ਤੋਂ ਪੈਸੇ ਮੰਗਾਉਂਦਾ, ਉਹਨਾਂ ਨੂੰ ਜੇਲ੍ਹ 'ਚ ਦੇਈ ਜਾਂਦਾ। ਉਹਨਾਂ ਦੀ ਜਿਹੜੀ ਪੇਮੈਂਟ ਬੜੀ ਵਧੀਆ ਸੋਹਣੀ ਹੁੰਦੀ ਹੈ। ਅਸੀਂ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਕਰਦੇ ਹਾਂ, ਫਿਰ 84 ਦਾ ਜ਼ਿਕਰ ਵੀ ਵਾਰ-ਵਾਰ ਹੁੰਦਾ ਹੈਗਾ। ਇੱਕ ਕਾਨੂੰਨ ਇਹ ਵੀ ਕਹਿੰਦੇ ਕਿ ਜਦੋਂ ਇੱਕ ਵਾਕਿਆ ਨੂੰ ਲੰਮਾ ਸਮਾਂ ਹੋ ਜਾਵੇ ਉਸ ਤੋਂ ਬਾਅਦ ਉਹਦੀਆਂ ਫਾਈਲਾਂ ਜਨਤਕ ਕਰ ਦਿੱਤੀਆਂ ਜਾਂਦੀਆਂ ਨੇ। ਤਾਂ ਲੱਗਦਾ ਹੱਲੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਉਸ ਵੇਲੇ ਤਾਂ ਹੋਇਆ ਹੱਲੇ ਤੱਕ ਫਾਈਲਾਂ ਜਨਤਕ ਨਹੀਂ ਹੋ ਰਹੀਆਂ। ਨਹੀਂ, ਲੋੜ ਨਹੀਂ ਜਨਤਕ ਕਰਨ ਦੀ। ਉਹਦਾ ਕਾਰਨ ਇਹ ਹੈ ਵੀ ਪੰਜਾਬ ਦੇ ਵਿੱਚ ਏਡਾ ਵੱਡਾ ਲਿਟਰੇਚਰ ਛਪ ਗਿਆ ਉਹਨਾਂ ਦੇ ਬਾਰੇ ਵੀ ਜਿਹੜੇ ਸਰਕਾਰ ਜਿਹੜੀ ਹੈ ਉਹ ਕੀ ਇਹਨੂੰ ਝੂਠਾ ਕਰਨ ਦੀ ਕੋਸ਼ਿਸ਼ ਕਰੇਗੀ। ਬਹੁਤ ਵੱਡੇ ਅਧਿਕਾਰੀ ਨੇ ਵੀ ਉਹਨਾਂ ਨੇ ਇੱਕ ਵਾਈਟ ਪੇਪਰ ਇਸ਼ੂ ਕੀਤਾ ਸੀ, ਉਹਦੇ ਕਾਊਂਟਰ ਜਿਹੜਾ ਐਸਜੀਪੀਸੀ ਨੇ ਜਿਹੜਾ ਵਾਈਟ ਪੇਪਰ ਕਰ ਦਿੱਤਾ ਸੀ। ਉਸ ਤੋਂ ਬਾਅਦ ਹਰ ਮੂਵਮੈਂਟ ਤੇ ਹੁਣ ਪ੍ਰੈਸ ਨੇ ਇੰਨੀ ਵੱਡੀ ਯੋਗਦਾਨਤਾ ਦਿੱਤੀ ਹੈ ਕਿ ਉਹ ਇਕੱਲੇ ਘਰ ਜਾ ਕੇ ਲੋਕਾਂ ਨੂੰ ਪੁੱਛਦੇ ਤੁਹਾਡੇ ਨਾਲ ਕੀ ਹੋਇਆ। ਹਰ ਇੱਕ ਜਿਹੜਾ ਉਹ ਆਪਣੇ ਪਰਿਵਾਰਾਂ ਦੀ ਦਾਸਤਾਨ ਦੱਸ ਦਿੰਦਾ ਵੀ ਮੇਰੇ ਇੰਨੇ ਬੰਦੇ ਮਾਰੇ ਗਏ, ਮੇਰੇ ਫਲਾਣੇ ਪੁਲਿਸ ਵਾਲਿਆਂ ਨੇ ਚੁੱਕ ਕੇ ਲੈ ਗਏ, ਮੇਰੇ को मारे गए, मेरे को इन्ने पैसे लुट ले, साड़ी जमीन बेच दी, साढ़े घर बर्बाद कर दिते, साढ़े पशु लै गए, साड़ी बहु बेटियां दी बेइज्जत की इन्होंने, उन्होंने पत्त लुटी है। ये तो सारा लिटरेचर जिहड़ा है एडी वड्डी तादाद दे विच बाहर आएगा। इन्हों ये की कहणगे इहदे बारे? चल साहब अखीर ते जांदे जांदे आपां भी जिक्र कर लई, क्योंकि तुसीं शुरुआत विच एक जिक्र कीता सी कि हालात रहे नहीं गे मनुखी अधिकारां वाले, ते इंसाफ की मंग भी नहीं असीं किते जा करदे, पर फिर भी क्योंकि साडी ये कोशिश होंदी है कि असीं एक चंगे आस्पैक्ट ते जाके इस इंटरव्यू नूं खत्म करिए, पॉजिटिव हाँ पक्षी रखिए भी अज दे समय दे विच भी जे मनुखी अधिकारां दा असीं रक्षा करनी है जां बचाउणा हैगा, जां इन्हां नूं फिर भी अगे रखना, भी दसना लोकां नूं भी तुहाडे अधिकार हैगे, इन्हां नूं असीं सर्वाइव करवाउणा हैगा, की उपराले ने जिहड़े कर सकदे? देखो, उपराले नूं आपां फिर उत्थे आ जाने सिख धर्म की जदों आपां गल करदे हां, साडे मन दे विच कोई वितकरा नहीं हैगा। सिख इतिहास के विच चाहे जे 1984 तो बाद जिन्ने भी घल्लूकारा होया, चाहे मनुखी अधिकारां दा घाण होया, चाहे सिखां दा नुकसान होया, सिखां ने इंटरनेशनल लैवल ते जाके मनुखता की इन्नी सेवा शुरू कर दी है भी इन्हां दा अपने आप ही वजूद बन गया। जिस तरह कोविड के सिस्टम च आया सी जी, कोविड दे विच अमेरिका फेल हो गया अपने लोगों को रोटी देने लई। अमेरिका के गुरुद्वारे साहब वालियां ने इन्नी वड्डी सेवा की भी न्यू ਯਾਰਕ टाइम ਦੇ ਵਿੱਚ 9 ਸਫ਼ੇ ਦੀ ਜਿਹੜੀ ਹੈ ਨਿਊਜ਼ ਪਬਲਿਸ਼ ਹੋਈ ਕਿ ਸਿੱਖਾਂ ਨੇ ਕੱਲੇ ਗੁਰਦੁਆਰੇ ਨੇ ਇੰਨਾ ਯੋਗਦਾਨ ਪਾਇਆ ਜਿਨ੍ਹਾਂ ਸਾਰੀ ਸਰਕਾਰ ਨਹੀਂ ਸੀ ਪਾ ਸਕਦੀ। ਇਸੇ ਤਰ੍ਹਾਂ ਹੁਣ ਯੂਕਰੇਨ ਦੀ ਗੱਲ ਹੈ, ਯੂਕਰੇਨ 'ਚ ਖਾਲਸਾ ਏਡ ਜਾ ਕੇ ਉਹਨਾਂ ਨੇ ਆਪਣੀ ਇੰਟਰਨੈਸ਼ਨਲ ਲੈਵਲ 'ਤੇ ਸਾਰੀ ਜਿਹੜੀ ਹੈਗੀ ਆ ਆਪਣੀ ਹੋਂਦ ਬਣਾ ਦਿੱਤੀ ਹੈ ਸਿੱਖਾਂ ਦੀ। ਔਰ ਉਹ ਇਹ ਆਪਣੀ ਕਹਾਣੀਆਂ ਰੋਜ਼ ਆਉਂਦੀਆਂ ਨੇ ਵੀ ਯੂਕਰੇਨ ਦੇ ਕੁਝ ਲੋਕ ਜਦੋਂ ਪੱਗ ਵਾਲੇ ਨੂੰ ਵੇਖ ਲੈਂਦੇ ਨੇ ਉਹ ਇਹ ਮਹਿਸੂਸ ਕਰਦੇ ਨੇ ਵੀ ਇਹ ਸਾਡੇ ਲਈ ਮਸੀਹਾ ਬਣ ਕੇ ਆਏ ਨੇ, ਔਰ ਇਹ ਕਹਿੰਦੇ ਨੇ ਵੀ ਅਸੀਂ ਆਪਣੇ ਬੱਚਿਆਂ ਨੂੰ ਦੱਸ ਕੇ ਜਾਵਾਂਗੇ ਵੀ ਜੇ ਸਾਡੀ ਉਸ ਵੇਲੇ ਕਿਸੇ ਨੇ ਬਾਂਹ ਫੜੀ ਹੈ, ਕਿਸੇ ਸਰਕਾਰ ਨੇ ਨਹੀਂ ਫੜੀ, ਕਿਸੇ ਇੰਟਰਨੈਸ਼ਨਲ ਬੋਡੀ ਨੇ ਨਹੀਂ ਫੜੀ, ਕਿਸੇ UNO ਨੇ ਨਹੀਂ ਫੜੀ। ਹਾਂਜੀ, ਇਹ ਸਿੱਖ ਸਨ ਜਿਹੜੇ ਸਾਡੇ ਘਰਾਂ 'ਚ ਆਣ ਕੇ ਚਾਹੇ ਸਾਡੇ ਬਰੂਹਾਂ 'ਚ ਆਣ ਕੇ ਸਾਨੂੰ ਕੱਪੜੇ ਵੀ ਦਿੰਦੇ ਰਹੇ, ਸਾਨੂੰ ਰਾਸ਼ਨ ਵੀ ਦਿੰਦੇ ਰਹੇ, ਸਾਡੇ ਬੱਚਿਆਂ ਨੂੰ ਪਾਣੀ ਵੀ ਪਿਆਉਂਦੇ ਰਹੇ ਨੇ। ਸੋ ਇਹ ਗੱਲ ਹੈ ਜਿਹੜਾ ਸਾਡਾ ਵਿਰਸਾ ਹੈ ਨਾ ਉਹ ਏਡਾ ਵੱਡਾ ਹੈ ਵੀ ਇਹਦੇ 'ਚ ਜੋ ਮਰਜ਼ੀ ਸਰਕਾਰਾਂ ਕਰ ਲੈਣ, ਅਸੀਂ ਚੜ੍ਹਦੀ ਕਲਾ ਵਾਲੇ ਧਾਰਨੀ ਆ ਤੇ ਚੜ੍ਹਦੀ ਕਲਾ 'ਚ ਰਹਿਣਾ। ਸਿੱਧੀ ਜੀ ਗੱਲ, ਜੇ ਅਸੀਂ ਸਿੱਖੀ ਦੇ ਦਿੱਤੇ ਹੋਏ ਸਿਧਾਂਤਾਂ ਤੇ ਚੱਲਦੇ ਰਹੀਏ ਤਾਂ ਮਨੁੱਖੀ ਅਧਿਕਾਰਾਂ ਦਾ ਹੀ ਜਿਹੜੀ ਬਹੁਤ ਵੱਡੀ ਅਸੀਂ ਜਿਹੜੀ ਸੇਵਾ ਕਰ ਸਕਦੇ, ਬੜੀ ਵੱਡੀ ਸੇਵਾ ਕਰ ਸਕਦੇ ਬਹੁਤ ਸ਼ੁਕਰੀਆ ਔਰ ਕਰ ਰਹੇ ਹਾਂ, ਔਰ ਸਿੱਖ ਜਿਹੜੇ ਕਰਦੇ ਰਹਿਣਗੇ। ਬਹੁਤ ਧੰਨਵਾਦ, ਤੁਸੀਂ ਸਮਾਂ ਬਹੁਤ ਮਿਹਰਬਾਨੀ ਜੀ। ਤੁਸੀਂ ਸੀਨੀਅਰ ਐਡਵੋਕੇਟ
ਅਮਰ ਸਿੰਘ ਚਾਹਲ ਜੀ ਉਹਨਾਂ ਨਾਲ ਗੱਲਬਾਤ ਕਰਕੇ ਸਮਝਿਆ ਹੈਗਾ ਕਿ ਇਹ ਮਨੁੱਖੀ ਅਧਿਕਾਰ ਦਰਅਸਲ ਹੈ ਕਿ ਨਾਲ ਦੀ ਨਾਲ ਇਸ ਤਰੀਕੇ ਨਾਲ ਸਿਸਟਮ ਦੇ ਵਿੱਚ ਰਹਿ ਕੇ ਇਸ ਦਾ ਘਾਣ ਕੀਤਾ ਜਾਏਗਾ। ਤੁਸੀਂ ਇਸ ਬਾਰੇ ਕੀ ਸੋਚਿਆ, ਆਪਣੇ ਕੀ ਵਿਚਾਰ ਜ਼ਰੂਰ ਸਾਂਝੇ ਕਰੋ। ਬਹੁਤ ਬਹੁਤ ਧੰਨਵਾਦ।